ਆਮ ਕਾਰਜਕਰਤਾ ਤੋਂ ਰਾਸ਼ਟਰੀ ਮਹਾਮੰਤਰੀ ਦਾ ਸਫ਼ਰ। ਅੰਮ੍ਰਿਤਸਰ ਦਾ ਇੱਕ ਕਾਰਜਕਰਤਾ ਰਾਸ਼ਟਰੀ ਮਹਾਮੰਤਰੀ ਤੱਕ ਪਹੁੰਚ ਗਿਆ ਹੈ। ਸਫ਼ਰ ਦੇ ਵਿੱਚ ਕਾਫੀ ਉਤਾਰ ਚੜਾਵ ਵੀ ਉਹਨਾਂ ਨੇ ਦੇਖੇ ਹੈ। ਜਦੋਂ ਦੇ ਮਹਾਮੰਤਰੀ ਦਾ ਪਦ ਹਾਸਲ ਕੀਤਾ, ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਸਾਥੀਆਂ ਦੇ ਵਿੱਚ ਉਤਸ਼ਾਹ ਜਿਹੜਾ ਦੇਖਣ ਵਾਲਾ ਬਣਿਆ ਹੋਇਆ। ਮੇਰੇ ਨਾਲ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੇ ਮਹਾਮੰਤਰੀ ਤਰੁਣ ਚੁੱਘ ਬੈਠੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਤਰੁਣ ਜੀ, ਪਹਿਲਾਂ ਤੋਂ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਮਹਾਮੰਤਰੀ ਬਣਨ 'ਤੇ ਤੁਹਾਨੂੰ ਵਧਾਈ ਹੋਵੇ। ਧੰਨਵਾਦ। ਇਹਦੇ 'ਚ ਕੋਈ ਦੋ ਰਾਏ ਨਹੀਂ। ਮੈਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਇੱਕ ਬੂਥ ਦੇ ਪੋਲਿੰਗ ਏਜੰਟ ਤੋਂ ਸ਼ੁਰੂਆਤ ਕੀਤੀ ਸੀ ਔਰ ਭਾਰਤੀ ਜਨਤਾ ਪਾਰਟੀ 'ਚ ਇੱਕ ਪੋਸਟਰ ਲਗਾਏ ਆ ਮੈਂ ਆਪਣੇ ਹੱਥਾਂ ਨਾਲ। ਮੈਨੂੰ ਇਹਦੇ 'ਚ ਕੋਈ ਬੇਇੱਜ਼ਤੀ ਨਹੀਂ। ਮੈਂ 1999 ਦਾ ਇਲੈਕਸ਼ਨ ਰਿਕਸ਼ਾ 'ਤੇ ਬਹਿ ਕੇ ਪਾਰਟੀ ਦਾ ਪ੍ਰਚਾਰ, ਮਾਈਕ ਲਗਾ ਕੇ ਵੋਟ ਦਾ ਪ੍ਰਚਾਰ, ਕਿਉਂਕਿ 1999 ਇੱਕ ਐਸਾ ਦੌਰ ਸੀ ਜਦੋਂ ਪੋਲੀਟੀਕਲ ਪਾਰਟੀ ਦਾ ਪ੍ਰਚਾਰ ਕਰਨ ਵਾਲੇ ਐਸੇ ਜਿਹੜੇ ਆਟੋ ਨਿਕਲਦੇ ਸੀ ਉਹਨਾਂ ਨੂੰ ਟੈਰਰਿਸਟ ਮਾਰ ਦਿੰਦੇ ਸੀ। ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਰਿਕਸ਼ਾ ਨਿਕਲਣ, ਮੈਂ ਖੁਦ ਉਸ ਰਿਕਸ਼ਾ 'ਤੇ ਬਹਿ ਕੇ ਗਲੀ ਗਲੀ ਜਾ ਕੇ ਭਾਰਤੀ ਜਨਤਾ ਪਾਰਟੀ ਐਸੇ ਵੋਟ ਮੰਗੇ ਔਰ ਮੈਨੂੰ ਇਸ ਗੱਲ 'ਤੇ ਪ੍ਰਾਊਡ ਹੈ। ਔਰ ਇਹ ਉਹੀ ਪਾਰਟੀ ਹੈ ਜਿਹਦੇ 'ਚ ਬਾਪ ਬੇਟਾ, ਮਾਂ ਪੁੱਤ, ਧੀ ਜਵਾਈ, ਉਹ ਸਰਕਾਰਾਂ ਨਹੀਂ ਚਲਾਉਂਦੇ। ਆਮ ਵਰਕਰ ਆ ਕੇ ਪਾਰਟੀਆਂ 'ਚ ਕੰਮ ਕਰਦਾ ਹੈ ਔਰ ਅੱਗੇ ਵੱਧ ਸਕਦਾ ਹੈ। ਪੋਸਟਰ ਲਾਉਣ ਵਾਲਾ ਬੰਦਾ ਪਾਰਟੀ 'ਚ ਅੱਗੇ ਵੱਧ ਸਕਦਾ। ਤਰੁਣ ਜੀ, ਹੁਣ ਪ੍ਰਾਇਰਟੀ ਕੀ ਰਹੇਗੀ? ਕਿਉਂਕਿ ਪਹਿਲੋਂ ਦੇ ਤੁਸੀਂ ਮੰਤਰੀ ਵੀ ਹੋ, ਰਾਸ਼ਟਰੀ ਮੰਤਰੀ, ਲੇਕਿਨ ਪੰਜਾਬ ਪ੍ਰਾਇਰਟੀ 'ਤੇ ਰਹਿੰਦਾ ਸੀ। ਪੰਜਾਬ ਦੇ ਹਰ ਮਾਮਲੇ ਦੇ ਵਿੱਚ ਤੁਹਾਡੀ ਸ਼ਮੂਲੀਅਤ ਜਿਹੜੀ ਰਹਿੰਦੀ ਸੀ। ਹੁਣ ਤੁਸੀਂ ਦੇਸ਼ ਦੇ ਮਹਾਮੰਤਰੀ ਹੋ ਗਏ, ਏਡੀ ਵੱਡੀ ਦੇਸ਼ ਦੀ ਪਾਰਟੀ ਹੈ, ਪ੍ਰਾਇਰਟੀਜ਼ ਕੀ ਰਹਿਣਗੀਆਂ? ਪੰਜਾਬ ਪ੍ਰਾਇਰਟੀ 'ਚ ਰਹੇਗਾ ਜਾਂ ਪੂਰੇ ਦੇਸ਼ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸੰਭਾਲੀ ਜਾਣ? ਐਸੇ ਤਾਂ ਤੁਹਾਡਾ ਬਿਲਕੁਲ ਕਹਿਣਾ ਠੀਕ ਹੈ ਕਿ ਕਈ ਸਟੇਟਾਂ ਦਾ ਕੰਮ ਦੇਖਣਾ ਪਏਗਾ, ਲੇਕਿਨ ਪੰਜਾਬ ਮੇਰੀ ਰੂਹ 'ਚ ਵਸਦਾ। ਪੰਜਾਬੀਅਤ ਮੇਰੀ ਰੂਹ 'ਚ ਵਸਦੀ ਹੈ। ਪੰਜਾਬ ਦੀਆਂ ਗਲੀਆਂ, ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਸੋਚ, ਪੰਜਾਬ ਦਾ ਨਿੱਘਾਪਨ ਮੇਰੀ ਰੂਹ 'ਚ ਵਸਦੀ। ਇਸ 'ਚ ਜਿੱਥੇ ਮਰਜ਼ੀ ਚਲਾ ਜਾਵਾਂ, ਜਿੱਥੇ ਮਰਜ਼ੀ ਬੈਠਾ ਹੋਵਾਂ, ਦਿਲ ਕਰਦਾ ਉੱਡ ਕੇ ਅੰਮ੍ਰਿਤਸਰ ਆ ਜਾ ਔਰ ਉਸ ਉਡਾਨ ਨੂੰ ਜਾਰੀ ਰੱਖਾਂ। ਠੀਕ ਹੈ, ਮਹਾਮੰਤਰੀ ਦਾ ਅਹੁਦਾ ਮਿਲਿਆ, ਲੇਕਿਨ ਐਸੇ ਦੌਰ 'ਚ ਤੁਹਾਨੂੰ ਇਹ ਅਹੁਦਾ ਜਿਹੜਾ ਮਿਲਿਆ ਜਦੋਂ ਪੰਜਾਬ ਦੇ ਵਿੱਚ ਤੁਹਾਡਾ ਸਾਰਿਆਂ ਨਾਲੋਂ ਪੁਰਾਣਾ ਸਾਥੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਉਹ ਵੱਖਰਾ ਹੋ ਗਿਆ। ਕਿਸਾਨਾਂ ਦੇ ਮੁੱਦੇ ਨੂੰ ਲੈ ਕੇ, ਖੇਤੀ ਸੋਧ ਬਿੱਲ ਜਿਹੜੇ ਕਹੇ ਆ ਉਹਨੂੰ ਲੈ ਕੇ, ਤਾਂ ਕਿਸ ਤਰ੍ਹਾਂ ਪਾਰਟੀ ਨੂੰ, ਕਿਉਂਕਿ ਉਹ ਇਹ ਕਹਿ ਰਹੇ ਨੇ ਕਿ ਸਾਡੀ ਪਿੱਠ 'ਚ ਛੁਰਾ ਮਾਰਿਆ ਗਿਆ, ਸ਼੍ਰੋਮਣੀ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰਿਆ ਗਿਆ, ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਬਿੱਲ ਦੇ ਵਿੱਚ ਕੀ ਹੈ। ਐਸਾ ਹੈ ਕਿ ਇੰਨੇ ਪੜ੍ਹੇ ਲਿਖੇ ਸੂਝਵਾਨ ਮੇਰੇ ਭੈਣ ਹਰਸਿਮਰਤ ਕੌਰ ਬਾਦਲ ਨੇ ਔਰ 2014 ਤੋਂ ਲਗਾਤਾਰ ਉਹ ਮੰਤਰੀ ਨੇ ਔਰ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਫੈਸਲਾ ਮੰਤਰੀ ਮੰਡਲ ਤੋਂ ਬਿਨਾਂ ਨਹੀਂ ਲਿੱਤਾ ਔਰ ਹਰ ਮੰਤਰੀ ਮੰਡਲ ਦੀ ਮੀਟਿੰਗ 'ਚ ਭੈਣ ਜੀ ਹਾਜ਼ਰ ਸਨ, ਚਾਹੇ ਉਹ ਕ੍ਰਿਸ਼ੀ ਆਰਡੀਨੈਂਸ ਹੋਣ ਤੇ ਚਾਹੇ ਦੇਸ਼ ਦਾ ਕੋਈ ਫੈਸਲਾ ਪਿਛਲੇ 6 ਸਾਲਾਂ 'ਚ ਲਿੱਤਾ ਗਿਆ ਹੋਵੇ। ਜੇ ਤਾਂ ਸੁਖਬੀਰ ਜੀ ਦਾ ਇਹ ਕਹਿਣਾ ਕਿ ਭੈਣ ਹਰਸਿਮਰਤ ਕੌਰ ਬਾਦਲ ਨੇ ਉਹਨਾਂ ਨੂੰ ਬਰੀਫ ਨਹੀਂ ਕੀਤਾ ਤੇ ਉਹਨਾਂ ਦਾ ਹਸਬੈਂਡ ਵਾਈਫ ਦਾ ਮਸਲਾ। ਜੇ ਤੇ ਉਹਨਾਂ ਨੇ ਢੀਂਡਸਾ ਸਾਹਿਬ ਨੂੰ ਮੰਤਰੀ ਬਣਾਇਆ ਹੁੰਦਾ ਤੇ ਜਨਤਾ ਉਹਨਾਂ ਦੀ ਗੱਲ ਸਮਝਦੀ ਕਿ ਢੀਂਡਸਾ ਸਾਹਿਬ ਨੇ ਉਹਨਾਂ ਨੂੰ ਨਹੀਂ ਦੱਸਿਆ। ਜੇ ਉਹਨਾਂ ਨੇ ਚੰਦੂ ਮਾਜਰਾ ਸਾਹਿਬ ਤੇ ਵਿਸ਼ਵਾਸ ਕਰਕੇ ਮੰਤਰੀ ਬਣਾਇਆ ਹੁੰਦਾ ਤੇ ਜਨਤਾ ਸਮਝਦੀ ਕਿ ਚੰਦੂ ਮਾਜਰਾ ਸਾਹਿਬ ਨੇ ਨਹੀਂ ਦੱਸਿਆ। ਜੇ ਉਹਨਾਂ ਨੇ ਭੁੰਦੜ ਸਾਹਿਬ ਤੇ ਵਿਸ਼ਵਾਸ ਕਰਕੇ ਉਹਨਾਂ ਨੂੰ ਮੰਤਰੀ ਬਣਾਇਆ ਹੁੰਦਾ ਤੇ ਜਨਤਾ ਸਮਝਦੀ ਕਿ ਭੁੰਦੜ ਸਾਹਿਬ ਜਾਂ ਗੁਜਰਾਲ ਸਾਹਿਬ ਜਾਂ ਬ੍ਰਹਮਪੁਰਾ ਸਾਹਿਬ ਇੰਨੇ ਸੀਨੀਅਰ ਆਦਮੀ ਸੀ, ਉਹਨਾਂ ਨੂੰ ਮੰਤਰੀ ਬਣਾ ਦਿੰਦੇ। ਮੰਤਰੀ ਤੁਸੀਂ ਆਪਣੇ ਸ਼੍ਰੀਮਤੀ ਨੂੰ ਬਣਾਇਆ, ਫੈਸਲੇ ਉਹਨਾਂ ਨੇ ਸਾਡੇ ਨਾਲ ਬਹਿ ਕੇ ਲਿੱਤੇ ਨੇ ਤੇ ਤੁਸੀਂ ਕਹਿੰਦੇ ਹੋ ਤੁਹਾਨੂੰ ਜਾਣਕਾਰੀ ਨਹੀਂ। ਇਹ ਹਸਬੈਂਡ ਵਾਈਫ ਦਾ ਮਸਲਾ ਹੈ, ਪਾਰਟੀ ਨੂੰ ਨਾ ਘਸੀਟੋ। ਪਰ ਤੁਸੀਂ ਮੰਤਰੀ ਪਦ ਦੀ ਗੱਲ ਕੀਤੀ, ਹਰਸਿਮਰਤ ਬਾਦਲ ਫੂਡ ਪ੍ਰੋਸੈਸਿੰਗ ਮੰਤਰੀ ਸੀ, ਪੰਜਾਬ ਦੇ ਵਿੱਚ ਕੁਝ ਫੂਡ ਪ੍ਰੋਸੈਸਿੰਗ ਦੇ ਯੂਨਿਟ ਵੀ ਲਗਾਏ, ਉਹ ਕਾਮਯਾਬ ਕਿਉਂ ਨਹੀਂ ਹੋਏ? ਕਿਸਾਨਾਂ ਦੀ ਜਿਹੜੀ ਵਣਜ ਆ ਉੱਥੇ ਕਿਉਂ ਨਹੀਂ ਜਾ ਪਾਈ? ਕਿਸਾਨਾਂ ਨੂੰ ਉਹਦਾ ਫਾਇਦਾ ਕਿਉਂ ਨਹੀਂ ਹੋ ਪਿਆ? ਇਹਦਾ ਕਾਰਨ ਕੀ ਹੈ? ਐਸਾ ਹੈ ਕਿ ਬੜਾ ਲੰਬਾ ਕ੍ਰਮ ਹੈ। ਅਸੀਂ ਨਰਿੰਦਰ ਮੋਦੀ ਦੀ ਸਰਕਾਰ ਉਸ ਕੰਮ ਤੇ ਸ਼ੁਰੂਆਤ ਕੀਤੀ। 70 ਸਾਲ ਕਦੀ ਹੋਇਆ ਹੀ ਨਹੀਂ ਕਿਸਾਨ ਨੂੰ ਆਪਣੀ ਫਸਲ ਬਾਜ਼ਾਰ 'ਚ ਲਿਆ ਕੇ 1 2 3 ਕਰਾਉਣੀ ਪਈ ਹੈ, ਚਾਹੇ ਉਹ ਸੇ ਹੋਵੇ ਤੇ ਚਾਹੇ ਕਣਕ ਹੋਵੇ, ਚਾਹੇ ਮੱਕੀ ਹੋਵੇ ਤੇ ਚਾਹੇ ਜਵਾਰ ਹੋਵੇ।
ਅਸੀਂ ਉਹਨੂੰ ਟਰਨ ਆਊਟ ਕੀਤਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੱਲ ਲੈ ਕੇ। ਮੈਂ ਯਾਦ ਕਰਾਉਣਾ ਚਾਹੁੰਦਾ ਕਿ ਮੁਕਤਸਰ ਦੀ ਧਰਤੀ ਤੇ ਖੜੇ ਹੋ ਕੇ ਮੋਦੀ ਸਾਹਿਬ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਨੀਤੀਗਤ ਫੈਸਲਾ ਕੀਤਾ ਸੀ ਔਰ ਐਮਐਸਪੀ ਨੂੰ 50% ਲਾਗਤ ਤੋਂ 50% ਦਾ ਆਟੋਮੋਟਿਵ ਮੂਡ ਬਣਾਇਆ ਸੀ ਔਰ ਅੱਜ ਅਸੀਂ 106% ਜ਼ਿਆਦਾ ਲਾਗਤ ਤੋਂ ਜ਼ਿਆਦਾ ਪੈਸਾ ਗੇਹੂੰ 'ਚ ਦੇ ਰਹੇ ਹਾਂ। ਪਰ ਜੇ ਗੱਲ ਕੀਤੀ ਕਿਸਾਨ ਜਿਹੜਾ ਹੈ ਉਹਨੂੰ ਕਿੱਥੇ ਕਮੀ ਆ ਰਹੀ ਹੈ, ਉਹਨੂੰ ਸਮਝਾਇਆ ਕਿਸ ਤਰ੍ਹਾਂ ਨਹੀਂ ਜਾ ਰਿਹਾ? ਕਿਸਾਨ ਇਹ ਕਹਿ ਰਿਹਾ ਕਿ ਇਹ ਬਿੱਲ ਲਾਗੂ ਹੋ ਗਏ ਤੇ ਸਾਨੂੰ ਐਮਐਸਪੀ ਨਹੀਂ ਮਿਲਣੀ, ਐਫਸੀਆਈ ਜਿਹੜੀ ਹੈ ਉਹ ਖਰੀਦ ਬੰਦ ਕਰ ਦੇਗੀ ਤੇ ਕੌਣ ਖਰੀਦੇਗਾ? ਕਾਰਪੋਰੇਟ ਘਰਾਣੇ ਜੇ ਆ ਗਏ ਤਾਂ 21,000 ਦੇ ਫਾਰਮ ਸੁਪਨੇ ਲਗਾ ਕੇ ਬੈਠੇ, 21,000 ਏਕੜ ਦੇ ਫਾਰਮ ਬਣਨਗੇ, ਜ਼ਮੀਨ ਦਾ ਜਿਹੜਾ ਉਹ 'ਤੇ ਕਬਜ਼ੇ ਹੋ ਜਾਣਗੇ। ਕਿਸਾਨ ਇਹ ਖਦਸ਼ੇ ਜਿਹੜੇ ਇਹ ਖਦਸ਼ੇ ਕੌਣ ਦੂਰ ਕਰੇਗਾ, ਕਿਸ ਤਰ੍ਹਾਂ ਹੋਣਗੇ? ਇਸ ਤਰ੍ਹਾਂ ਕਿ ਪਹਿਲੀ ਗੱਲ ਤੇ ਐਮਐਸਪੀ ਹੈ ਰਹੇਗੀ, ਇਹ ਗੱਲ ਰਿਟਨ ਲਿਖ ਕੇ ਵੀ ਦਿੱਤੀ ਅਸੀਂ। ਫਲੋਰ ਆਫ ਦਾ ਹਾਊਸ ਜਿਹਨੂੰ ਮੈਂ ਸਮਝਣਾ ਕਿ ਕਾਨੂੰਨ ਤੋਂ ਵੀ ਉੱਪਰ ਹੈ, ਉਹ 'ਚ ਕਮਿਟਮੈਂਟ ਕੀਤੀ ਹੈ, ਖੁਦ ਪ੍ਰਾਈਮ ਮਿਨਿਸਟਰ ਨੇ ਕਮਿਟਮੈਂਟ ਕੀਤੀ ਹੈ। ਇਸ ਵਿੱਚ ਇਹ 'ਚ ਕੋਈ ਬਦਲ ਨਹੀਂ ਹੋਏਗੀ। ਲੇਕਿਨ ਇਹ ਜਿਹੜਾ ਕਹਿਣਾ ਕਿ ਕਬਜ਼ਾ ਹੋ ਜਾਏਗਾ, ਇਹ ਕਾਨੂੰਨ 'ਚ ਸਪਸ਼ਟ ਲਿਖਿਆ, ਧਰਤੀ ਦਾ ਤਾਂ ਲੈਣਾ ਦੇਣਾ ਹੀ ਕੋਈ ਨਹੀਂ। ਕਿਸਾਨ ਦੀ ਜ਼ਮੀਨ ਕਿਸਾਨ ਦੀ ਹੈ, ਕਿਸਾਨ ਦੀ ਰਹੇਗੀ, ਮੋਰਟਗੇਜ ਨਹੀਂ ਹੋ ਸਕਦੀ। ਗੱਲ ਕੇਵਲ ਫਸਲ ਦੀ ਹੈ ਔਰ ਫਸਲ ਬੋਣ ਤੋਂ ਪਹਿਲੇ ਵਿਕ ਜਾਏ, ਇਸ ਤੋਂ ਵਧੀਆ ਕੁਛ ਨਹੀਂ। ਬੋਣ ਤੋਂ ਪਹਿਲੇ ਐਮਐਸਪੀ ਨਹੀਂ, ਐਮਆਰਪੀ ਤੇ ਵਿਕੇ। ਐਮਐਸਪੀ ਹੈ ਮਿਨੀਮਮ ਸਪੋਰਟ ਪ੍ਰਾਈਸ, ਅਸੀਂ ਕਹਿੰਦੇ ਹਾਂ ਮੈਕਸਿਮਮ ਰਿਟੇਲ ਪ੍ਰਾਈਸ ਤੇ ਫਸਲ ਵਿਕੇ। ਅਸੀਂ 1975 ਤੇ ਕੋ ਬੈਠੇ ਹਾਂ। ਵਧੀਆ ਕਣਕ ਹੋਏਗੀ, ਬੀਜ ਵਧੀਆ ਲੱਗਣਗੇ, ਉਹ 3000 ਵਿਕੇਗੀ, 2500 ਵਿਕੇਗੀ, 2500 ਵਿਕੇਗੀ। ਜਿਹੋ ਜਿਹਾ ਹੋਏਗਾ ਉਹੋ ਜਿਹੀ ਵਿਕੇਗੀ, ਨਹੀਂ ਹੋਏਗਾ ਤੇ 1975 ਚ ਸਰਕਾਰ ਗਾਹਕ ਹੈ। ਇਹੋ ਜਿਹਾ ਕਾਨੂੰਨ ਨਹੀਂ, ਲੇਕਿਨ ਖਦਸ਼ਾ ਹੀ ਜਿਤਾਇਆ ਜੇ, ਕਿਉਂਕਿ ਇਹਦੇ 'ਚ ਇਹ ਕਿਹਾ ਜਾ ਰਿਹਾ ਐਫਸੀਆਈ ਜਿਹੜੀ ਹੈ ਸਰਕਾਰੀ ਖਰੀਦ ਜਿਹੜੀ ਆ ਉਹ ਨਹੀਂ ਹੋਏਗੀ। ਜੇ ਸਰਕਾਰੀ ਖਰੀਦ ਨਹੀਂ ਹੋਏਗੀ, ਪ੍ਰਾਈਵੇਟ ਮੰਡੀ 'ਚ ਚੱਲ ਜਾਏਗਾ ਤੇ ਬਾਇਰ ਜਿਹੜਾ ਆਪਣੇ ਰੇਟ ਦੇ ਮੁਤਾਬਕ ਉਹ ਖਰੀਦ ਕਰੇਗਾ। ऐसा है कि एमएसपी भी रहेगी और सरकारी खरीद भी होएगी, मंडी भी रहेगी, एपीएमसी एक्ट भी रहेगा। केवल एक फर्क पाया, ऑप्शन दी है, किसान चाहे तो बाहर बेच ले। ਤੁਸੀਂ ਸੋਚੋ ਨਾ 3400 ਕਰੋੜ ਰੁਪਇਆ ਪੰਜਾਬ ਦੇ ਕਿਸਾਨ ਵੱਲੋਂ ਟੈਕਸ ਇਕੱਠਾ ਕਰ ਰਹੀ ਹੈ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ। ਇਹ ਤੇ ਹਰ ਸਰਕਾਰ ਏਪੀਐਮਸੀ ਦੀ ਕਰਦੀ ਹੈ, ਹਰ ਸਰਕਾਰ ਕਰਦੀ ਹੈ। ਬੰਦ ਕਰਨਾ ਚਾਹੁੰਦੇ ਆ। ਮੈਂ ਕਹਿ ਰਿਹਾ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕਿਸਾਨ ਦਾ ਜਿਹੜਾ ਟੈਕਸ ਇਕੱਠਾ ਕਰਦੇ ਰਹੀਆਂ ਸਰਕਾਰਾਂ, ਔਰ ਤੋਂ ਬਦਲ ਲਿਆਣਾ ਹੈ ਕਿ ਟੈਕਸ ਇਕੱਠਾ ਕਰਦੀਆਂ ਹੀ ਰਹਿਣ। ਬਦਲ ਲਿਆਉਣ ਦਾ ਨਾਂ ਨਰਿੰਦਰ ਮੋਦੀ ਹੈ। ਉਹ 3400 ਕਰੋੜ ਰੁਪਇਆ ਕਿਸਾਨ ਦੇ ਖੇਤ 'ਚ ਜਾ ਕੇ ਕਿਸਾਨ ਦੇ ਬੱਚਿਆਂ ਤੇ ਲੱਗੇ, ਉਹਦਾ ਨਾਂ ਨਰਿੰਦਰ ਮੋਦੀ ਹੈ। ਆਜ਼ਾਦੀ ਵੇਚਣ ਦੀ ਵਿਦਆਊਟ ਟੈਕਸ ਰਵੇ, ਉਹਦਾ ਨਾਂ ਨਰਿੰਦਰ ਮੋਦੀ ਹੈ। ਪਰ ਸੁਖਬੀਰ ਬਾਦਲ ਹੁਣ ਕਿਉਂ ਪਾਰਟੀ ਤੋਂ, ਕਿਉਂਕਿ ਉਹ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਨਡੀਏ ਦਾ ਗਠਨ ਕੀਤਾ ਗਿਆ ਸੀ, ਉਹ ਵੀ ਇਸ ਐਕਟ ਦੇ ਜਿਹੜਾ ਗੁਣਗਾਨ ਕਰਦੇ ਹੋਏ ਉਹਨਾਂ ਦੀ ਇੱਕ ਵੀਡੀਓ ਵੀ ਪ੍ਰਕਾਸ਼ ਸਿੰਘ ਬਾਦਲ ਦੀ ਜਾਰੀ ਹੋਈ ਸੀ। ਐਸਾ ਹੈ ਕਿ ਇਹ ਸਾਰੇ ਹੀ ਹੱਕ 'ਚ ਸਨ, ਹੱਕ 'ਚ ਹੈਗੇ ਹੈ। ਇਹਨਾਂ ਨੂੰ ਅੰਦਰੋਂ ਪਤਾ ਹੈ ਕਿ ਬਹੁਤ ਵਧੀਆ ਕਾਨੂੰਨ ਹੈ, ਇਹਨਾਂ ਦੇ ਆਪਣੇ ਬਿਆਨ ਨੇ, ਵੀਡੀਓਜ਼ ਨੇ। ਲੇਕਿਨ ਸਵਾਲ ਹੈ ਦਬਾਅ 'ਚ ਆ ਗਏ, ਦਬਾਅ 'ਚ ਆ ਗਏ। ਕਿਹਦੇ ਦਬਾਅ 'ਚ? ਇਹ ਤਾਂ ਉਹਨੂੰ ਦੱਸਣਗੇ। ਕਦੀ ਉਹ ਕਹਿੰਦੇ ਨੇ ਭੈਣ ਜੀ ਨੇ ਮੈਨੂੰ ਦੱਸਿਆ ਨਹੀਂ, ਜੇ ਤੁਹਾਡੀ ਸ਼੍ਰੀਮਤੀ ਨਹੀਂ ਤੁਹਾਨੂੰ ਕਾਨੂੰਨਾਂ ਬਾਰੇ ਦੱਸਦੇ ਰਹੇ ਤੇ ਹੁਣ ਤਾਂ ਅਸੀਂ ਦੇਖਣਾ ਸੀ ਕਿ ਕਿੰਨੇ ਦੱਸਣਾ ਸੀ। ਤੁਸੀਂ ਭੇਜ ਦਿੰਦੇ ਢੀਂਡਸਾ ਸਾਹਿਬ ਨੂੰ ਮੰਤਰੀ ਬਣਾ ਕੇ, ਤੁਸੀਂ ਭੇਜ ਦਿੰਦੇ ਚੰਦੂ ਮਾਜਰਾ ਸਾਹਿਬ ਨੂੰ, ਭੁੰਦੜ ਸਾਹਿਬ ਨੂੰ ਭੇਜ ਦੇਣਾ। ਤੁਸੀਂ ਬੀਬਾ ਜੀ ਨੂੰ ਭੇਜਿਆ ਸੀ, ਬੀਬਾ ਜੀ ਨੂੰ ਬਣਾਤਾ ਸਾਡੀ ਵੱਡੀ ਭੈਣ। ਹੁਣ ਸ਼੍ਰੋਮਣੀ ਅਕਾਲੀ ਦਲ ਨਾਲ ਨਾਤਾ ਟੁੱਟ ਗਿਆ। ਬੀਜੇਪੀ ਵੱਲੋਂ ਇਹ ਕਿਹਾ ਗਿਆ ਕਿ 117 ਸੀਟਾਂ ਤੇ ਉਮੀਦਵਾਰ ਜਿਹੜੇ ਉਹ ਉਤਾਰੇ ਜਾਣਗੇ ਚੋਣ ਮੈਦਾਨ 'ਚ। ਸ਼੍ਰੋਮਣੀ ਅਕਾਲੀ ਦਲ ਦੇ ਵੀ ਕਈ ਗੁੱਟ ਜਿਹੜੇ ਨੇ ਉਹ ਬਣੇ ਨੇ, ਕੁਝ ਹੋਰ ਪਾਰਟੀਆਂ ਐਸੀਆਂ ਵੀ ਜਿਹੜੀਆਂ ਦੂਸਰੀਆਂ ਪਾਰਟੀਆਂ ਤੋਂ, ਕਿਆ ਉਹਨਾਂ ਨੂੰ ਗੱਠਜੋੜ ਕੀਤਾ ਜਾਏਗਾ ਜਾਂ ਕਿਸ ਤਰ੍ਹਾਂ ਅਗਲਾ? ਨਹੀਂ ਦੇਖੋ, ਭਾਜਪਾ 117 ਤੇ ਲੜਨ ਜਾ ਰਹੀ ਹੈ। ਭਾਜਪਾ 2022 ਚ ਆਪਣੀ ਸਰਕਾਰ ਬਣਾਏਗੀ ਔਰ ਪੰਜਾਬ ਪੰਜਾਬੀਅਤ ਦਾ ਰਾਖਾ, ਕਿਸਾਨਾਂ, ਵੰਚਿਤਾਂ, ਗਰੀਬਾਂ ਦਾ ਮਸੀਹਾ ਹੀ ਸਰਕਾਰ ਬਣਾਏਗਾ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਜਿਹੜੀ ਗੱਲ ਤੁਸੀਂ ਕਹੀ ਹੈ ਕਿ ਕਿਹੜੀ ਪਾਰਟੀ ਨਾਲ ਸਮਝੌਤਾ ਕਰਾਂਗੇ, ਦੇਖੋ ਜੇ 3 ਤੇ ਅਕਾਲੀ ਦਲ ਉਹ ਨੇ ਜਿਨ੍ਹਾਂ ਨਾਲ ਅਸੀਂ ਇਲੈਕਸ਼ਨ ਲੜੇ 2017 ਚ, ਔਰ 'ਚ 3 ਹੋ ਗਏ ਨੇ। ਢੀਂਡਸਾ ਸਾਹਿਬ ਨਿਕਲ ਗਏ, ਚੰਦੂ ਮਾਜਰਾ ਸਾਹਿਬ ਨਿਕਲ ਗਏ, ਸੌਰੀ ਬ੍ਰਹਮਪੁਰਾ ਸਾਹਿਬ ਨਿਕਲ ਗਏ। ਬ੍ਰਹਮਪੁਰਾ ਸਾਹਿਬ ਨੇ ਇੱਕ ਲੰਬੀ ਫੌਜ ਹੈ, ਢੀਂਡਸਾ ਸਾਹਿਬ ਨੇ ਇੱਕ ਲੰਬੀ ਫੌਜ ਹੈ, ਜਿਹੜਾ ਅਕਾਲੀ ਦਲ ਨੂੰ ਛੱਡ ਗਿਆ। ਸੁਖਬੀਰ ਜੀ ਕਹਿੰਦੇ ਮੇਰਾ ਅਸਲੀ ਹੈ, ਢੀਂਡਸਾ ਸਾਹਿਬ ਕਹਿੰਦੇ ਮੇਰਾ ਅਸਲੀ। ਇਹ ਅਸਲੀ ਕੌਣ ਹੈ ਜਾਣਨ, ਉਹ ਸਾਡਾ ਲੈਣਾ ਦੇਣਾ ਨਹੀਂ।
ਕਈ ਲੋਕ, ਮੈਂ ਕਹਿੰਦੀ ਤੁਸੀਂ ਕਹਿ ਰਹੇ ਹੋ ਨਾ ਨਾ, ਤੇ ਕਿਉਂ ਮੇਰੇ ਕੋ ਆਉਣਾ ਚਾਹੁੰਦੇ ਹੋ? ਕਈ ਸਰਕਾਰ 'ਚ ਬੈਠੇ ਉਹ ਵੀ ਆਉਣਾ ਚਾਹੁੰਦੇ, ਜਿਹੜੇ ਮੁੰਗੇਰੀ ਲਾਲ ਦੇ ਸੁਪਨੇ ਦੇਖ ਰਹੇ ਉਹਨਾਂ ਦੀ ਪਾਰਟੀ ਦੇ ਲੋਕ ਵੀ ਕਈ ਆਉਣਾ ਚਾਹੁੰਦੇ। ਕਈ ਮੁੰਗੇਰੀ ਲਾਲ ਦੇ ਸੁਪਨੇ ਦੇਖ ਰਹੇ ਨਾ ਕਿ ਮੈਂ ਚੀਫ ਮਿਨਿਸਟਰ ਬਣਨਾ, ਮੈਂ ਨਹੀਂ ਬਣਨਾ। ਮੇਰੀ ਪਾਰਟੀ ਦਾ ਚੀਫ ਮਿਨਿਸਟਰ ਬਣਨਾ, ਮੈਂ ਡੰਕੇ ਦੀ ਚੋਟ ਤੇ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਦਾ ਚੀਫ ਮਿਨਿਸਟਰ। ਬੀਜੇਪੀ ਦੇ ਇੱਕ ਪ੍ਰਵਕਤਾ ਦਾ ਕੱਲ ਇੱਕ ਅਖਬਾਰ 'ਚ ਬਿਆਨ ਛਪਿਆ ਕਿ ਨਵਜੋਤ ਸਿੰਘ ਸਿੱਧੂ ਵਾਸਤੇ ਜੇ ਉਹ ਆਉਣਾ ਚਾਹਵੇ ਬੀਜੇਪੀ 'ਚ ਤੇ ਉਹਦਾ ਸਵਾਗਤ ਵੀ ਹੋ ਸਕਦਾ। ਐਸਾ ਹੈ, ਮੇਰੀ ਗੱਲ ਸੁਣੋ, ਜਦੋਂ ਤੁਸੀਂ ਗੇਟ ਹੀ ਓਪਨ ਕਰਤੇ, ਮੈਂ ਤੁਹਾਨੂੰ ਕਹਿੰਦਾ ਕਿਉਂ ਇਹੋ ਜਿਹੇ ਨਾਮ ਮੇਰੇ ਮੂੰਹੋਂ ਕਢਾਉਣਾ ਚਾਹੁੰਦੇ ਹੋ? ਮੈਂ ਨਾ ਲੈ ਸਕਣਾ, ਲੋਕ ਤੁਹਾਡੇ ਸੰਪਰਕ 'ਚ ਨੇ, ਲੇਕਿਨ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਜਿਹਨੂੰ ਤੁਸੀਂ ਐਕਸਪਾਇਰਡ ਇੰਜੈਕਸ਼ਨ ਕਹਿੰਦੇ ਰਹੇ। ਮੈਂ ਕਿਹਾ ਜੀ, ਮੈਂ ਤੁਹਾਨੂੰ ਕਿਹਾ ਅੱਜ ਵੀ ਮੇਰਾ ਸਟੈਂਡ ਉਹੀ ਹੈ ਕਿ ਸਾਡੇ ਨਾਲ ਬਹੁਤ ਲੋਕ ਸ਼ਾਮਲ ਹੋ ਰਹੇ ਨੇ, ਬਹੁਤ ਲੋਕ ਸ਼ਾਮਲ ਹੋਣਾ ਚਾਹੁੰਦੇ। ਆਉਂਦੇ ਹੋ ਵਕਤ ਸਾਨੂੰ ਮੈਦਾਨ 'ਚ ਅਸੀਂ 2022 ਦੇ ਨਗਾੜੇ ਵੱਜਣ ਦਿਓ, ਜਦ ਵੱਜੇਗਾ ਨਗਾੜਾ ਤੇ ਯੁੱਧ ਸਜੇਗਾ ਤੇ ਸਾਡੇ ਸੈਨਾਪਤੀ ਵੀ ਉਤਰਨਗੇ। ਇੱਕ ਆਖਰੀ ਸਵਾਲ, ਤੁਸੀਂ ਐਸਜੀਪੀਸੀ ਦੀ ਜਿਹੜੀ ਚੋਣਾਂ ਹੈਗੀਆਂ, ਤੁਸੀਂ ਹਾਲਾਂਕਿ ਕਿਹਾ ਕਿ ਧਾਰਮਿਕ ਮਾਮਲਿਆਂ 'ਚ ਬੀਜੇਪੀ ਦਾ ਕੋਈ ਉਹ ਨਹੀਂ ਹੁੰਦਾ, ਲੇਕਿਨ ਐਸਜੀਪੀਸੀ ਦੀ ਜਿਹੜੀ ਚੋਣਾਂ ਹੈ ਉਹ ਸਭ ਨੂੰ ਪਤਾ ਕਿ ਹੋਮ ਮਿਨਿਸਟਰੀ ਜਿਹੜੀ ਹੈ ਉਹ ਕਰਵਾਉਂਦੀ ਹੈ। ਹਜੇ ਤੱਕ ਜਨਤਾ ਦੇ ਵਿੱਚ ਜਾਂ ਜਿਹੜੇ ਪੰਥਕ ਸੰਗਠਨ ਨੇ ਉਹਨਾਂ ਵਿੱਚ ਇਹ ਸੀ ਕਿ ਬੀਜੇਪੀ ਜਿਹੜੀ ਹੈ ਕੇਂਦਰ ਦੇ ਵਿੱਚ ਹੈ ਤੇ ਉਹ ਅਕਾਲੀ ਦਲ ਦੇ ਪ੍ਰਧਾਨ ਜਾਂ ਸਰਪ੍ਰਸਤ ਦੇ ਕਹਿਣ 'ਤੇ ਚੋਣਾਂ ਨਹੀਂ ਕਰਵਾ ਰਹੀ। ਕਿਆ ਹੁਣ ਚੋਣਾਂ ਹੋ ਸਕਦੀਆਂ, ਜਿਹੜੀ ਉਹਨਾਂ ਦੀ ਮੰਗ ਹੈ ਉਹ ਹੋਮ ਮਿਨਿਸਟਰੀ ਉਹ ਕਰਵਾ ਸਕਦੀ? ਦੇਖੋ, ਮੈਂ ਧਾਰਮਿਕ ਮਸਲੇ 'ਚ ਕਿਸੇ 'ਚ ਨਹੀਂ ਬੋਲਣਾ, ਇਹ ਧਾਰਮਿਕ ਮਸਲਾ ਨਹੀਂ ਹੈ, ਲੇਕਿਨ ਐਸਜੀਪੀਸੀ ਦੀ ਜਿਹੜੀ ਚੋਣਾਂ ਹੋਮ ਮਿਨਿਸਟਰੀ ਨੇ ਕਰਵਾਉਣੀ। ਧਾਰਮਿਕ ਮਸਲੇ 'ਚ ਮੈਂ ਕਿਸੇ ਗੱਲ 'ਚ ਨਹੀਂ ਬੋਲ ਰਿਹਾ। ਸਾਡੇ ਸਨਮਾਨਯ ਨੇ, ਚਾਹੇ ਉਹ ਗੁਰਦੁਆਰਾ ਹੋਵੇ, ਚਾਹੇ ਮੰਦਿਰ ਹੋਵੇ, ਚਰਚ ਹੋਵੇ ਜਾਂ ਮਸਜਿਦ ਹੋਵੇ, ਸਾਡਾ ਸਿਰ ਹਰ ਅੱਗੇ ਝੁਕਦਾ। ਉੱਥੋਂ ਦਾ ਪ੍ਰਬੰਧ ਢੀਂਡਸਾ ਸਾਹਿਬ ਕਰਨ, ਪ੍ਰਕਾਸ਼ ਸਿੰਘ ਬਾਦਲ ਜੀ ਕਰਨ, ਬ੍ਰਹਮਪੁਰਾ ਸਾਹਿਬ ਕਰਨ ਜਾਂ ਕੋਈ ਹੋਰ ਖਾਲਸਾ ਜੀ ਕਰਨ, ਉਹਨਾਂ ਦਾ ਕੰਮ ਹੈ। ਲੇਕਿਨ ਇਲੈਕਸ਼ਨ ਕਰਵਾਉਣੇ ਸੈਂਟਰ ਹੋਮ ਮਿਨਿਸਟਰੀ ਦੇ ਹੱਥ ਹੈ, ਉਹ ਕਿਆ ਹੋਣਗੇ? ਮੈਂ ਕਹਿੰਦਾ ਜੀ, ਇਲੈਕਸ਼ਨ ਕਮਿਸ਼ਨ ਵੀ ਆਪਣਾ ਕੰਮ ਕਰਦਾ ਔਰ ਉਹ ਕਰੇਗਾ, ਆਪਣਾ ਕੰਮ ਕਰੇਗਾ। ਨਾ ਅੱਗੇ ਅਸੀਂ ਵਾਅਦਾ ਸੀ, ਨਾ ਹੁਣ ਵਾਅਦਾ। ਤਾਂ ਇਹ ਸਨ ਸਾਡੇ ਨਾਲ ਤਰੁਣ ਚੁੱਗ, ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਚਾਹੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹਨਾਂ ਕੋਲੋਂ ਅੱਡ ਹੋ ਗਈ ਹੈ ਖੇਤੀ ਸੁਧਾਰ ਬਿੱਲਾਂ ਨੂੰ ਲੈ ਕੇ, ਲੇਕਿਨ ਜਦੋਂ ਖੇਤੀ ਸੁਧਾਰ ਬਿੱਲ ਜਿਹੜੇ ਹੈ ਉਹਨਾਂ ਕੈਬਨਿਟ ਵਿੱਚ ਲਿਆਂਦੇ ਗਏ ਸਨ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਉਸ ਕੈਬਨਿਟ ਦਾ ਹਿੱਸਾ ਰਹੇ ਨੇ। ਪਰ ਹੁਣ ਉਹ ਕਿਸੇ ਦਬਾਅ ਹੇਠ, ਚਾਹੇ ਉਹ ਵੋਟਾਂ ਦੀ ਰਾਜਨੀਤੀ ਨੂੰ ਦੇ ਦਬਾਅ ਹੇਠ ਆਏ ਹਨ ਜਾਂ ਕੁਝ ਹੋਰ ਮਸਲੇ ਨੇ, ਲੇਕਿਨ ਹੁਣ ਉਹ ਸਿਰਫ ਦਬਾਅ ਦੇ ਹੇਠ ਜਿਹੜੀ ਹੈ ਉਹ ਇੱਕ ਆਪਣੀ ਸਿਆਸੀ ਜ਼ਮੀਨ ਹਾਸਲ ਕਰਨ ਲਈ ਇਹ ਜਿਹੜੇ ਅੱਜ ਦੇ ਮਾਰਚ, ਰੋਸ ਮਾਰਚ ਜਿਹੜੇ ਕੱਢੇ ਗਏ ਨੇ, ਉਹ ਇਹ ਸਾਰਾ ਪ੍ਰੋਗਰਾਮ ਕਰ ਰਹੇ ਨੇ। ਕੈਮਰਾਮੈਨ ਮਾਨਸ ਦੇ ਨਾਲ ਰਾਜਨ ਗੋਸਾਈ, ਪੰਜਾਬ ਵਾਇਰ ਨਿਊਜ਼, ਅੰਮ੍ਰਿਤਸਰ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।